ਆਲਸੀਆਂ ਦੇ ਲਈ ਬਣਿਆ ਖਾਸ ਦਿਨ। ਪੂਰੇ ਦਿਨ ਦਾ ਕੰਮ ਸਿਰਫ ਆਲਸ, ਕੋਈ ਨਹੀਂ ਹੁੰਦੀ ਰੋਕ ਟੋਕ। ਆਲਸ ਦੇ ਲਈ ਵੀ ਹੁੰਦਾ ਮੁਕਾਬਲਾ। ਪੂਰੇ ਸਾਲ ਵਿੱਚ 365 ਦਿਨ ਹੁੰਦੇ ਨੇ ਤੇ ਹਰ ਦਿਨ ਬਹੁਤ ਹੀ ਖਾਸ ਹੁੰਦਾ ਹੈ। ਹਰ ਦਿਨ ਕਿਸੇ ਖਾਸ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ। ਕਿਤੇ ਮਹਿਲਾ ਦਿਵਸ ਤਾਂ ਕਿਤੇ ਬਾਲ ਦਿਵਸ, ਕਿਤੇ ਮਦਰਸ ਡੇ ਤਾਂ ਕਿਤੇ ਕੋਈ ਹੋਰ ਤਿਉਹਾਰ। ਹਰ ਦਿਨ ਨੂੰ ਅਸੀਂ ਜਸ਼ਨ ਦੇ ਤੌਰ ਤੇ ਮਨਾਉਂਦੇ ਹਾਂ। ਪਰ ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਦੁਨੀਆ ਭਰ ਦੇ ਵਿੱਚ ਆਲਸੀਆਂ ਦੇ ਲਈ ਵੀ ਇੱਕ ਦਿਨ ਹੁੰਦਾ ਹੈ? ਸੁਣ ਕੇ ਬਹੁਤ ਹੈਰਾਨੀ ਹੁੰਦੀ ਹੈ, ਪਰ ਇਹ ਸੱਚ ਹੈ ਕਿ 10 ਅਗਸਤ ਨੂੰ ਆਲਸੀ ਦਿਵਸ ਯਾਨੀ ਕਿ ਲੇਜ਼ੀਨੈਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਧੂਮਧਾਮ ਨਾਲ ਮਨਾਇਆ ਜਾਂਦਾ ਵਰਲਡ ਲੇਜ਼ੀਨੈਸ ਡੇ। ਵਰਲਡ ਲੇਜ਼ੀਨੈਸ ਡੇ ਤੁਹਾਡੇ ਲਈ ਅਜੀਬ ਹੋ ਸਕਦਾ ਹੈ, ਪਰ ਯਕੀਨ ਮੰਨੋ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਕੋਲੰਬੀਆ ਵਿੱਚ ਪੂਰੀ ਦੁਨੀਆ ਤੋਂ ਆਲਸੀ ਆਉਂਦੇ ਨੇ ਤੇ ਇਸ ਤਿਉਹਾਰ ਦਾ ਹਿੱਸਾ ਬਣਦੇ ਨੇ। ਜੀ ਹਾਂ, ਕੋਲੰਬੀਆ ਦੇ ਤਾਗੋਈ ਸ਼ਹਿਰ ਵਿੱਚ ਲੋਕਾਂ ਨੇ ਵੱਡੇ ਚਾਅ ਦੇ ਨਾਲ ਵਰਲਡ ਲੇਜ਼ੀਨੈਸ ਡੇ ਮਨਾਇਆ। ਇਸ ਦੌਰਾਨ ਆਪਣੇ ਨਾਲ ਗੱਦੇ ਬਿਸਤਰ ਲੈ ਕੇ ਲੋਕਾਂ ਨੇ ਰੰਗ ਬਿਰੰਗੀਆਂ ਲੜੀਆਂ ਵੀ ਸਜਾਈਆਂ ਤੇ ਸੜਕਾਂ ਤੇ ਸੌ ਕੇ ਇਸ ਦਿਨ ਦਾ ਆਨੰਦ ਮਾਣਿਆ। ਇੱਕ ਅਜਿਹਾ ਦਿਨ ਹੈ ਜਿਸ ਦਿਨ ਇਤਾਗੋਈ ਸ਼ਹਿਰ ਆਲਸੀਆਂ ਦੇ ਨਾਲ ਭਰ ਜਾਂਦਾ ਹੈ। ਇਸ ਦਿਨ ਲੋਕ ਪੂਰਾ ਦਿਨ ਬਿਸਤਰੇ ਤੇ ਆਲਸ ਵਿੱਚ ਡੁੱਬ ਕੇ ਬਿਤਾਉਂਦੇ ਨੇ। ਭਾਰਤ ਵਿੱਚ ਬਣਿਆ ਆਲਸੀਆਂ ਦਾ ਕਲੱਬ। ਇਹ ਤਾਂ ਸੀ ਵਿਦੇਸ਼ ਦੀ ਗੱਲ, ਹੁਣ ਜ਼ਿਕਰ ਸਵਦੇਸ਼ ਦਾ ਕਰ ਲੈਂਦੇ ਹਾਂ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਭਾਰਤ ਵਿੱਚ ਵੀ ਇੱਕ ਅਜਿਹਾ ਵੇਲਾ ਸੀ ਜਦ ਆਲਸੀਆਂ ਦਾ ਇੱਕ ਕਲੱਬ ਬਣਿਆ ਸੀ ਤੇ ਉਹ ਵੇਲਾ ਸੀ ਸਾਲ 1932-33 ਦਾ, ਜਦ ਭੋਪਾਲ ਵਿੱਚ ਨਵਾਬਾਂ ਦਾ ਦੌਰ ਸੀ। ਉਸ ਵੇਲੇ ਭੋਪਾਲ ਦੀ ਆਬਾਦੀ 50,000 ਤੋਂ ਵੀ ਘੱਟ ਸੀ। ਇੱਥੋਂ ਦੇ ਲੋਕ ਹਮੇਸ਼ਾ ਬੇਫਿਕਰ ਅਤੇ ਤਫਰੀਹ ਪਸੰਦ ਸੀ। ਮਸ਼ਹੂਰ ਸ਼ਾਇਰ ਜਿਗਰ ਮੁਰਾਦਾਬਾਦੀ ਸਾਹਿਬ ਦਾ ਭੋਪਾਲ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਉਥੋਂ ਦੀ ਬੇਫਿਕਰ ਬੇਪਰਵਾਹ ਮਹਿਫਿਲਾਂ ਨੂੰ ਦੇਖ ਕੇ ਇੱਕ ਦਿਨ ਜਿਗਰ ਸਾਹਿਬ ਨੂੰ ਸ਼ਰਾਰਤ ਸੁਝੀ। ਉਹਨਾਂ ਨੇ ਰਾਏ ਦਿੱਤੀ ਕਿ ਕਿਉਂ ਨਾ ਇੱਕ ਕਾਹਿਲੋਂ ਕੀ ਅੰਜੁਮ ਯਾਨੀ ਕਿ ਆਲਸੀਆਂ ਦੀ ਸੰਸਥਾ ਬਣਾਈ ਜਾਵੇ। ਸਾਰੇ ਮੌਜੂਦ ਲੋਕਾਂ ਨੇ ਰਜ਼ਾਮੰਦੀ ਜ਼ਾਹਿਰ ਕੀਤੀ। ਮਹਿਫਿਲ ਵਿੱਚ ਸ਼ਾਮਿਲ ਜਨਾਬ ਜ਼ੋਹਰ ਕੁਰੈਸ਼ੀ ਨੇ ਆਪਣੇ ਮਕਾਨ ਦਾ ਇੱਕ ਹਿੱਸਾ ਇਸ ਦੇ ਲਈ ਖੁਲਵਾ ਦਿੱਤਾ। ਫਿਰ ਇਸ ਦਾ ਨਾਮ ਤੈਅ ਹੋਇਆ ਦਾਰੁਲ ਕੋਹਲਾ ਯਾਨੀ ਆਲਸੀਆਂ ਦਾ ਕਲੱਬ। ਅਰਬੀ ਵਿੱਚ ਦਾਰੁਲ ਸਕੂਲ ਨੂੰ ਤੇ ਕੋਹਲਾ ਆਲਸੀ ਨੂੰ ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ, ਇਸ ਕਲੱਬ ਦੇ ਕਾਇਦੇ ਕਾਨੂੰਨ ਵੀ ਤੈਅ ਹੋਏ। ਕਲੱਬ ਦੇ ਨਿਯਮ ਕਾਨੂੰਨ। ਹੁਣ ਜਦ ਭਾਰਤ ਵਿੱਚ ਬਣੇ ਇਸ ਆਲਸੀਆਂ ਦੇ ਕਲੱਬ ਦੀ ਗੱਲ ਚੱਲ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਕਲੱਬ ਵਿੱਚ ਵੀ ਕੁਝ ਨਿਯਮ ਕਾਨੂੰਨ ਸੀ, ਜਿਵੇਂ ਇਸ ਦੀ ਮੈਂਬਰਸ਼ਿਪ ਫੀਸ ਸਿਰਫ ਇੱਕ ਤਕੀਆ ਸੀ ਅਤੇ ਦਾਰੁਲ ਕੋਹਲਾ ਦੀ ਸਭਾ ਦਾ ਵੇਲਾ ਰਾਤ 9 ਵਜੇ ਤੋਂ ਲੈ ਕੇ ਰਾਤ 3 ਵਜੇ ਤੱਕ ਦਾ ਸੀ। ਹਰ ਮੈਂਬਰ ਨੂੰ ਰੋਜ਼ਾਨਾ ਇੱਥੇ ਹਾਜ਼ਰੀ ਲਗਾਉਣੀ ਹੁੰਦੀ ਸੀ, ਫਿਰ ਚਾਹੇ ਮੀਂਹ ਪਵੇ ਜਾਂ ਆਂਧੀ ਤੂਫਾਨ ਆਵੇ। ਹੋ ਤਾਂ ਹੋ ਦਾਰੁਲ ਕੋਹਲਾ ਵਿੱਚ ਸੌਣ ਤੇ ਪਾਬੰਦੀ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ ਲੇਟਿਆ ਹੋਇਆ ਮੈਂਬਰ ਬੈਠੇ ਹੋਏ ਮੈਂਬਰ ਨੂੰ ਹੁਕਮ ਦੇ ਸਕਦਾ ਸੀ ਤੇ ਬੈਠਾ ਹੋਇਆ ਮੈਂਬਰ ਖੜੇ ਹੋਏ ਨੂੰ ਹੁਕਮ ਦੇ ਸਕਦਾ ਸੀ, ਜਿਵੇਂ ਹੁੱਕਾ ਭਰ ਕੇ ਦਿਓ, ਚਾਹ ਲਿਆ ਕੇ ਦਿਓ, ਪਾਨ ਬਣਾ ਕੇ ਖਿਲਾਓ। ਇੱਕ ਹੋਰ ਖਾਸ ਗੱਲ ਕਿ ਕੋਈ ਲੇਟਾ ਹੋਇਆ ਮੈਂਬਰ ਹੁਕਮ ਨਾ ਦੇ ਸਕੇ। ਇਸ ਦੇ ਲਈ ਇਸ ਡਰ ਤੋਂ ਦੇਰੀ ਨਾਲ ਆਉਣ ਵਾਲੇ ਮੈਂਬਰ ਲੇਟ ਕੇ ਜਾਂ ਲੁੜਕਦੇ ਹੋਏ ਦਾਖਲ ਹੁੰਦੇ ਸੀ। ਉੱਥੇ ਸਾਰੇ ਕੰਮ ਲੇਟੇ ਹੀ ਹੁੰਦੇ ਸੀ। ਸ਼ੇਰੋ ਸ਼ਾਇਰੀ ਜਾਂ ਕਿੱਸਾ ਬਿਆਨੀ ਜਾਂ ਦਾਦ ਦੇਣਾ ਵਗੈਰਾ ਹਰ ਕੰਮ ਲੇਟ ਕੇ ਹੀ ਹੁੰਦਾ ਸੀ। ਚਾਹ ਪੀਣ ਵੇਲੇ ਜਾਂ ਫਿਰ ਖਾਣਾ ਖਾਣ ਵੇਲੇ ਪ੍ਰਧਾਨ ਦੇ ਹੁਕਮ ਨਾਲ ਕੁਝ ਦੇਰ ਦੇ ਲਈ ਬੈਠਿਆ ਜਾ ਸਕਦਾ ਸੀ। ਤਿਉਹਾਰ ਦੇ ਪਿੱਛੇ ਖਾਸ ਕਹਾਣੀ। ਇਸ ਅਨੋਖੇ ਉਤਸਵ ਨੂੰ ਮਨਾਉਣ ਦੇ ਪਿੱਛੇ ਇੱਕ ਖਾਸ ਕਹਾਣੀ ਹੈ। ਦੱਸ ਦਈਏ ਕਿ ਇਹ ਪਰੰਪਰਾ 1985 ਵਿੱਚ ਸ਼ੁਰੂ ਹੋਈ ਸੀ, ਜਦ ਮਾਰੀਓ ਮੋਂਟਾਇਆ ਨਾਮ ਦੇ ਇੱਕ ਇਤਾਗੋਈ ਦੇ ਨਿਵਾਸੀ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਲੋਕਾਂ ਦੇ ਕੋਲ ਸਿਰਫ ਆਰਾਮ ਦੇ ਲਈ ਇੱਕ ਦਿਨ ਹੋਣਾ ਚਾਹੀਦਾ ਹੈ। ਇਸ ਲਈ ਕੋਲੰਬੀਆ ਦੇ ਲੋਕ ਤਣਾਅ ਦੇ ਨਾਲ ਲੜਨ ਦੇ ਲਈ ਹਰ ਸਾਲ ਆਲਸ ਦਾ ਦਿਨ ਮਨਾਉਂਦੇ ਨੇ, ਤਾਂ ਕਿ ਲੋਕ ਆਪਣੀਆਂ ਪਰੇਸ਼ਾਨੀਆਂ ਤੋਂ ਬਾਹਰ ਆ ਕੇ ਸਕੂਨ ਦੇ ਨਾਲ ਵੇਲਾ ਬਿਤਾ ਸਕਣ। ਇੰਨਾ ਹੀ ਨਹੀਂ ਬਲਕਿ ਵਰਲਡ ਲੇਜ਼ੀਨੈਸ ਡੇ ਤੇ ਕੁਝ ਅਜਬ ਗਜਬ ਮੁਕਾਬਲੇ ਵੀ ਹੁੰਦੇ ਨੇ, ਜਿਵੇਂ ਕਿ ਇਸ ਦਾ ਪਜਾਮਾ ਸਭ ਤੋਂ ਵਧੀਆ ਦਿਖ ਰਿਹਾ ਹੈ ਤੇ ਕੌਣ ਸਭ ਤੋਂ ਤੇਜ਼ੀ ਨਾਲ ਆਪਣੇ ਬਿਸਤਰੇ ਤੱਕ ਪਹੁੰਚਦਾ ਹੈ। ਤਿਉਹਾਰ ਦੀਆਂ ਤਰੀਕਾਂ। ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਆਲਸ ਦੇ ਦਿਨ ਦਾ ਜਸ਼ਨ ਮਨਾਉਣ ਦਾ ਵਿਚਾਰ ਕਈ ਦੇਸ਼ਾਂ ਨੇ ਚੁੱਕਿਆ ਸੀ।
ਹਾਲਾਂਕਿ ਸਮਾਗਮ ਦੀਆਂ ਤਰੀਕਾਂ ਹਮੇਸ਼ਾ ਮੇਲ ਨਹੀਂ ਖਾਂਦੀਆਂ, ਇਸ ਲਈ ਕੋਲੰਬੀਆ ਵਿੱਚ ਛੁੱਟੀ 20 ਅਗਸਤ ਨੂੰ ਮਨਾਈ ਜਾਂਦੀ ਹੈ। ਉਸੇ ਤਾਰੀਖ ਰੂਸੀ ਸੰਘ ਸਮੇਤ ਹੋਰ ਦੇਸ਼ਾਂ ਨੇ ਹਥਿਆਰਾਂ ਤੇ ਕਬਜ਼ਾ ਕਰ ਲਿਆ ਸੀ। ਸੰਯੁਕਤ ਰਾਸ਼ਟਰ ਅਮਰੀਕਾ ਵਿੱਚ ਵੀ ਇਹ ਅਸਮਾਨ ਦਿਨ ਮਨਾਇਆ ਜਾਂਦਾ ਹੈ। ਯੂਐਸ ਵਿੱਚ ਆਲਸ ਦਾ ਦਿਨ 10 ਅਗਸਤ ਨੂੰ ਮਨਾਇਆ ਜਾਂਦਾ ਹੈ। ਸਮਾਗਮਾਂ ਦੀਆਂ ਤਰੀਕਾਂ ਵੱਖ-ਵੱਖ ਹਨ, ਪਰ ਸਾਰ ਇੱਕ ਹੈ। ਇਹ ਇੱਕ ਅਜਿਹਾ ਸਮਾਂ ਹੈ ਜੋ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਇਹ ਬਹੁਤ ਆਲਸੀ ਹੋਣ ਦਾ ਵੇਲਾ ਹੈ। ਬਿਊਰੋ ਰਿਪੋਰਟ, ਜਗਬਾਣੀ ਟੀਵੀ, ਚੰਡੀਗੜ੍ਹ।